ਅਨੁਸਾਰ ਬੜੀ ਸਭ ਜਾਗ ਰਹੇ, ਸਿਮਰੈ ਸਤਨਾਮ ਆਨੰਦ ਲਹੈ। ਜਦੋਂ ਹੁਣ ਰਾਤ ਬਤੀਤ ਹੋ ਚੁੱਕੀ ਹੈ, ਅੰਮ੍ਰਿਤ ਵੇਲਾ ਹੋਇਆ ਹੈ, ਸਾਰੇ ਗੁਰੂ ਕੇ ਸੂਰਬੀਰ ਯੋਧੇ ਸਤਿਗੁਰੂ ਜੀ ਦੇ ਸਮੇਤ ਜਾਗੇ ਨੇ। ਜਾਗ ਕੇ ਸਿਮਰੈ ਸਤਨਾਮ ਆਨੰਦ ਲਹੇ, ਆਪਣੇ ਮਾਲਕ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਨੇ ਤੇ ਆਪਣੀ ਜ਼ਿੰਦਗੀ ਦੇ ਅੰਦਰ ਆਪਣੇ ਮਾਲਕ ਪਰਮੇਸ਼ਰ ਦੀ ਸਿਫਤ ਸਲਾਹ ਕਰਕੇ ਬੜਾ ਆਨੰਦ ਲੈ ਰਹੇ ਨੇ, ਬੜਾ ਸੁੱਖ ਲੈ ਰਹੇ ਨੇ, ਬੜੀ ਆਪਣੇ ਜੀਵਨ ਦੇ ਵਿੱਚ ਖੁਸ਼ੀ ਪੈਦਾ ਕਰਦੇ ਪਏ ਨੇ। ਅੰਮ੍ਰਿਤ ਵੇਲੇ ਦੀ ਸੰਭਾਲ ਅਤੇ ਆਪਣੇ ਮਾਲਕ ਦੇ ਸਿਮਰਨ ਵਿੱਚ ਜੁੜ ਕੇ ਇਹ ਗੁਣ ਸਤਿਗੁਰੂ ਜੀ ਨੇ ਸਾਡੀ ਝੋਲੀ ਵਿੱਚ ਵੀ ਪਾਏ ਨੇ ਤੇ ਇਹ ਸ਼ਬਦ ਕਹੇ ਸਨ ਕਿ ਪਿਆਰਿਆ, ਰਾਤ ਦਾ ਸਮਾਂ ਹੈ, ਆਪਣੇ ਮਾਲਕ ਦੇ ਚਰਨਾਂ ਨਾਲ ਆਪਣੇ ਆਪ ਨੂੰ ਜੋੜ ਕੇ ਰਾਤ ਦਾ ਸਮਾਂ ਬਤੀਤ ਕਰ। ਸਰੀਰਕ ਨੀਂਦ ਆਉਣ ਤੋਂ ਪਹਿਲਾਂ ਆਪਣੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਕਿ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਆਪਣੇ ਮਾਲਕ ਦੇ ਚਰਨਾਂ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰ ਤੇ ਰਾਤ ਜਿਹੜੀ ਆਈ ਹੈ, ਸਰੀਰਕ ਨੀਂਦ ਭੋਗਣ ਤੋਂ ਪਹਿਲਾਂ ਇੱਕ ਬੇਨਤੀ ਕਰਕੇ ਆਓ ਸੁਭਾਗੀ ਨੀਂਦੜੀਏ, ਮਤ ਸ਼ਹਿ ਦੇਖਾਂ ਸੋਏ ਕਿ ਹੇ ਭਾਗਾਂ ਵਾਲੀ ਨੀਂਦ ਮੇਰੀ ਜ਼ਿੰਦਗੀ ਦੇ ਵਿੱਚ ਆ, ਤਾਂ ਕਿ ਸੁਪਨੇ ਦੇ ਵਿੱਚ ਵੀ ਮੈਂ ਆਪਣੇ ਮਾਲਕ ਪਰਮੇਸ਼ਰ ਦੇ ਦਰਸ਼ਨ ਕਰ ਸਕਾਂ। ਪਾਤਸ਼ਾਹ ਜੀ ਕਹਿੰਦੇ ਸੌਣ ਤੋਂ ਪਹਿਲਾਂ ਆਪਣੇ ਮਾਲਕ ਨੂੰ ਚੇਤੇ ਕਰ। ਇਹ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਦੱਸਿਆ ਕਿ ਫੁੱਲ ਤੋਂ ਬਾਅਦ ਹੀ ਫਲ ਲੱਗਦਾ ਹੈ। ਜਿਨ੍ਹਾਂ ਨੇ ਸਰੀਰਕ ਨੀਂਦ ਆਉਣ ਤੋਂ ਪਹਿਲਾਂ ਆਪਣੇ ਮਾਲਕ ਨੂੰ ਚੇਤੇ ਕੀਤਾ, ਮਾਨੋ ਉਹਨਾਂ ਦੀ ਜ਼ਿੰਦਗੀ ਰੂਪੀ ਰੁੱਖ ਨੂੰ ਫੁੱਲ ਲੱਗਿਆ ਹੈ ਤੇ ਪਰਤ ਕੇ ਜਿਹੜੇ ਅੰਮ੍ਰਿਤ ਵੇਲੇ ਜਾਗ ਕੇ ਆਪਣੇ ਮਾਲਕ ਦੇ ਚਰਨਾਂ ਨਾਲ ਜੁੜਦੇ ਨੇ, ਫਿਰ ਉਹ ਫੁੱਲ ਜਿਹੜਾ ਹੈ ਅੰਮ੍ਰਿਤ ਵੇਲੇ ਜਾ ਕੇ ਫਲ ਬਣਦਾ ਹੈ। ਇਸ ਕਰਕੇ ਸ਼ਬਦ ਕਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਕਿ ਪਹਿਲੇ ਪਹਿਰਾ ਫੁੱਲੜਾ, ਫਲ ਭੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈਂ ਕੰਨੋਂ ਦਾਤ। ਕਿ ਹੇ ਭਾਈ, ਜਿਹੜਾ ਪਹਿਲਾ ਪਹਿਰ ਹੈ ਉਦੋਂ ਆਪਣੇ ਮਾਲਕ ਨੂੰ ਚੇਤੇ ਕੀਤਾ, ਫੁੱਲ ਬਣ ਗਿਆ, ਫੁੱਲ ਲੱਗਿਆ ਹੈ। ਫਲ ਭੀ ਪੱਛਾ ਰਾਤ, ਜਦੋਂ ਪਿਛਲੀ ਰਾਤ ਜਾਗਿਆ ਉਦੋਂ ਜਿਹੜਾ ਰਾਤ ਵੇਲੇ ਪਹਿਲੇ ਪਹਿਰ ਵਿੱਚ ਫੁੱਲ ਖੜਿਆ ਸੀ, ਉਹ ਪਿਛਲੀ ਰਾਤ ਅੰਮ੍ਰਿਤ ਵੇਲੇ ਜਿਹੜੇ ਜਾਗਦੇ ਨੇ ਨਾ, ਉਹ ਫਲ ਪ੍ਰਾਪਤ ਕਰਦੇ ਨੇ। ਇਸੇ ਕਰਕੇ ਅੰਮ੍ਰਿਤ ਵੇਲੇ ਦੀ ਮਹਾਨਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਸਾਡੇ ਜੀਵਨ ਵਿੱਚ ਪ੍ਰਗਟ ਕੀਤੀ ਵੀ ਪਿਆਰਿਆ, ਆਪਣੀ ਜ਼ਿੰਦਗੀ ਅੰਦਰ ਅੰਮ੍ਰਿਤ ਵੇਲੇ ਦੀ ਸੰਭਾਲ ਕਰ। ਇੱਥੇ ਕਵੀ ਜੀ ਕਹਿ ਰਹੇ ਨੇ ਭੁਨਸਾਰ ਵੱਡੀ ਸਭ ਜਾਗ ਰਹੇ, ਵੀ ਹਾਲੇ ਅੰਮ੍ਰਿਤ ਵੇਲਾ ਹੋਇਆ ਹੈ, ਹਨੇਰਾ ਹੈ ਚਾਰੇ ਪਾਸੇ, ਪਰ ਜਿਹੜੇ ਗੁਰੂ ਪ੍ਰੇਮ ਵਿੱਚ ਭਿੱਜੇ ਹੋਏ ਪਿਆਰੇ ਨੇ ਨਾ, ਉਹ ਜਾਗ ਪਏ ਨੇ, ਉਹ ਉੱਠ ਖਲੋਤੇ ਨੇ, ਉਹ ਸੁਚੇਤ ਹੋ ਗਏ ਨੇ। ਸਿਮਰੈ ਸਤਨਾਮ ਆਨੰਦ ਲਹੇ, ਉਹ ਆਪਣੇ ਮਾਲਕ ਦਾ ਸਿਮਰਨ ਕਰਕੇ ਆਨੰਦ ਲੈਂਦੇ ਪਏ ਨੇ। ਇਸ ਕਰਕੇ ਯਤਨ ਕਰਿਓ ਪਿਆਰਿਓ, ਇਹ ਇਤਿਹਾਸ ਦੇ ਵਿੱਚੋਂ ਹੀ ਆਪਣੇ ਪੱਲੇ ਸਿੱਖਿਆ ਬੰਨਣੀ ਕਿ ਆਹ ਜਿਹੜਾ ਸਮਾਂ ਸਾਡੇ ਕੋਲ ਹੈ, ਪਹਿਲਾ ਪਹਿਰ ਹੈ, ਇਹ ਪਹਿਲਾ ਪਹਿਰ 6 ਤੋਂ ਲੈ ਕੇ 9 ਵਜੇ ਤੱਕ ਪਹਿਲਾ ਪਹਿਰ, 9 ਤੋਂ 12 ਦੂਜਾ ਪਹਿਰ, 12 ਤੋਂ 3 ਤੀਜਾ ਪਹਿਰ, 3 ਤੋਂ ਸਵੇਰ ਦੇ 6 ਵਜੇ ਤੱਕ ਚੌਥਾ ਪਹਿਰ। ਮੇਰੇ ਸਤਿਗੁਰੂ ਜੀ ਕਹਿੰਦੇ ਆਹ ਜਿਹੜੇ ਲੋਕ ਹੁਣ ਵੇਲੇ ਇਸ ਵੇਲੇ ਆਪਣੇ ਮਾਲਕ ਦੀ ਯਾਦ ਵਿੱਚ ਜੁੜਦੇ ਪਏ ਨੇ, ਆਪਣੇ ਮਾਲਕ ਦੀ ਬਾਣੀ ਪੜ੍ਹਦੇ ਪਏ ਨੇ, ਕੋਈ ਕੀਰਤਨ ਸੁਣਦਾ ਹੈ, ਕੋਈ ਕਥਾ ਸੁਣਦਾ ਹੈ, ਮਾਨੋ ਉਹਨਾਂ ਨੇ ਆਪਣੇ ਇਸ ਪਹਿਲੇ ਪਹਿਰ ਦੇ ਵਿੱਚ ਫੁੱਲ ਪ੍ਰਗਟ ਕਰ ਲਿਆ ਹੈ। ਤੇ ਜੇ ਫਲ ਪ੍ਰਾਪਤ ਕਰਨਾ ਚਾਹੁੰਦੇ ਆ
ਫਿਰ ਪਿਛਲੀ ਰਾਤ ਜਾਗਣਾ ਪਵੇਗਾ, ਜਿਹਦੇ ਬਾਰੇ ਪਾਤਸ਼ਾਹ ਜੀ ਕਹਿੰਦੇ ਨੇ, ਚੌਥੇ ਪਹਿਰੈ ਸੁਬਹ ਕੈ ਸੁਰਤਿਆਂ ਉਪਜੈ ਚਾਉ, ਤਿੰਨਾਂ ਦਰਿਆਵਾਂ ਸਿਉ ਦੋਸਤੀ, ਮਨ ਮੁਖ ਸੱਚਾ ਨਾਮ। ਵੀ ਭਾਈ ਆਪਣੇ ਜੀਵਨ ਦੇ ਵਿੱਚ ਜਿਹੜਾ ਚੌਥਾ ਪਹਿਰ ਹੈ ਨਾ, ਇਹਦੀ ਸੰਭਾਲ ਕਰ। ਤੇ ਚੌਥੇ ਪਹਿਰ ਜਾਗ ਕੇ ਕਰਨਾ ਕੀ ਹੈ? ਸਿਮਰੈ ਸਤਨਾਮ, ਆਨੰਦ ਲਹੇ। ਇਹ ਨਹੀਂ ਵੀ ਬੰਦਾ ਸਵੇਰੇ ਜਾਗਿਆ। ਹੁਣ ਕਈ ਲੋਕ ਨੇ ਜਿਹੜੇ ਜਾਗਦੇ ਨੇ, ਅਨੇਕਾਂ ਬੱਚੇ ਨੇ ਸਾਡੇ ਜਿਹੜੇ ਸਵੇਰੇ ਸਵਖਤੇ ਜਾਗਦੇ ਨੇ, ਵਰਜਿਸ਼ ਕਰਦੇ ਨੇ, ਜਿਮ ਵਿੱਚ ਜਾਂਦੇ ਨੇ, ਆਪਣੇ ਸਰੀਰ ਦੀ ਤਾਕਤ ਵਧਾਉਣ ਦੇ ਲਈ, ਫਿਟਨੈਸ ਕਰਨ ਦੇ ਲਈ ਆਪਣੇ ਸਰੀਰ ਨੂੰ ਜਾਗਦੇ ਨੇ। ਪਰ ਖਿਆਲ ਕਰਿਓ, ਉਹਨਾਂ ਥਾਵਾਂ ਦੇ ਉੱਪਰ ਅਨੇਕਾਂ ਗੰਦੇ ਗੀਤ ਅੰਮ੍ਰਿਤ ਵੇਲੇ ਹੀ ਵੱਜਣ ਲੱਗ ਪੈਂਦੇ ਨੇ, ਉਹਨਾਂ ਥਾਵਾਂ ਤੇ ਜਿੱਥੇ ਸਾਡੇ ਬੱਚੇ ਜਾਂਦੇ ਨੇ। ਹੁਣ ਇਹ ਨਹੀਂ ਕਹਿ ਸਕਦੇ ਵੀ ਬੱਚਿਆਂ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ। ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਤੋਂ ਕੀ ਭਾਵ ਹੈ? ਕਿ ਸਵੇਰੇ ਜਦੋਂ ਉੱਠਣਾ ਹੈ, ਆਪਣੇ ਮਾਲਕ ਦੇ ਚਰਨਾਂ ਨਾਲ ਜੁੜਨਾ। ਜੇ ਸਵੇਰੇ ਜਾਗ ਕੇ ਵੀ ਆਪਣੇ ਕੰਨਾਂ ਦੇ ਵਿੱਚ ਗੰਦੇ ਗੀਤ ਪਏ, ਅਨੇਕਾਂ ਗੰਦੀਆਂ ਬੋਲੀਆਂ ਪਈਆਂ, ਫਿਰ ਇਹ ਨਹੀਂ ਕਿਹਾ ਜਾ ਸਕਦਾ ਵੀ ਅੰਮ੍ਰਿਤ ਵੇਲਾ ਬਣ ਗਿਆ ਹੈ। ਪਾਤਸ਼ਾਹ ਜੀ ਨੇ ਬਾਣੀ ਵਿੱਚ ਕਹੇ ਨਾ ਮਤ ਸਾਹਿਬ ਜੀ ਕਹਿੰਦੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਜਿਹੜੇ ਸਵਾ ਪਹਿਰ ਜਿਹੜੀ ਰਾਤ ਰਹਿੰਦੇ ਹੋਏ ਆਪਣੇ ਜੀਵਨ ਵਿੱਚ ਕਹਿਰ ਢਾਉਂਦੇ ਨੇ, ਮਾੜੇ ਕੰਮ ਕਰਦੇ ਨੇ, ਉਹਨਾਂ ਲਈ ਤੇ ਇਹ ਜ਼ਹਿਰ ਕਹਿਰ ਦਾ ਸਮਾਂ ਹੈ, ਅੰਮ੍ਰਿਤ ਵੇਲਾ ਨਹੀਂ ਬਣਿਆ। ਇਸ ਕਰਕੇ ਧਿਆਨ ਦੇਣਾ, ਸਵੇਰੇ ਉੱਠ ਕੇ ਆਪਣੇ ਮਾਲਕ ਦੇ ਚਰਨਾਂ ਨਾਲ ਜੁੜਨਾ। ਨਹੀਂ ਤੇ ਬਹੁਤ ਲੋਕ ਨੇ ਕੰਨਾਂ ਵਿੱਚ ਟੂਟੀਆਂ ਲਾਈਆਂ ਨੇ, ਤੁਰੇ ਜਾਂਦੇ ਨੇ ਜਾਂ ਵਿਚਰਦੇ ਨੇ, ਤੇ ਗੰਦੇ ਗੀਤ ਕੰਨਾਂ ਵਿੱਚ ਸਵੇਰੇ ਹੀ ਪੈ ਰਹੇ ਨੇ। ਵਡਭਾਗੇ ਨੇ ਉਹ ਲੋਕ ਜਿਹੜੇ ਸਵੇਰੇ ਜਾਗਦੇ ਨੇ, ਪਰ ਆਪਣੇ ਕੰਨਾਂ ਦੇ ਨਾਲ ਆਪਣੇ ਮਾਲਕ ਦੀ ਬਾਣੀ ਸੁਣਦੇ ਨੇ। ਮਨ ਨੂੰ ਉਹਨਾਂ ਨੇ ਪਹਿਲੇ ਪਹਿਰ ਜਿਹੜਾ ਫੁੱਲ ਬਣਾਇਆ ਸੀ, ਅੰਮ੍ਰਿਤ ਵੇਲੇ ਸਵੇਰੇ ਸਵਖਤੇ ਜਾਗ ਕੇ ਉਹ ਫਲ ਨੂੰ ਪ੍ਰਾਪਤ ਕਰ ਲੈਂਦੇ ਨੇ। ਇਸੇ ਕਰਕੇ ਬੇਨਤੀ ਤਾਂ ਕੀਤੀ ਹੈ ਵੀ ਇੱਥੇ ਰੁਕਿਆ ਹਾਂ, ਇਤਿਹਾਸ ਵਿੱਚੋਂ ਕੁਝ ਸਿੱਖਣਾ ਵੀ ਹੈ। ਨਹੀਂ ਤੇ ਅਸੀਂ ਸਾਰੇ ਇਤਿਹਾਸ ਜਾਣਦੇ ਹਾਂ, ਸਿੱਖਣਾ ਸੀ ਕੁਝ, ਇਹ ਗੱਲ ਨੂੰ ਪਾਸੇ ਕਰ ਦਿੱਤਾ। ਸਾਖੀਆਂ ਚੇਤੇ ਨੇ, ਸਿੱਖਿਆ ਭੁੱਲ ਗਈ। ਇਸੇ ਕਰਕੇ ਇਤਿਹਾਸ ਸੁਣਨ ਤੋਂ ਬਾਅਦ ਵੀ ਜੀਵਨ ਵਿੱਚ ਤਬਦੀਲੀ ਕੋਈ ਨਹੀਂ ਆਈ, ਕਿਉਂਕਿ ਸਾਖੀ ਦਾ ਗਿਆਨ ਹੋ ਚੁੱਕਿਆ, ਸਿੱਖਿਆ ਨੂੰ ਧਾਰਨ ਕਰਨ ਵੱਲ ਕੋਈ ਧਿਆਨ ਨਹੀਂ ਗਿਆ। ਇਤਿਹਾਸ ਸੁਣ ਕੇ ਵੀ ਇਸੇ ਤਰ੍ਹਾਂ ਵੇਸਲੇ ਹੋ ਗਏ। ਇਸ ਕਰਕੇ ਆਪਣੇ ਆਪ ਨੂੰ ਹਲੂਣਾ ਦਈਏ, ਇਤਿਹਾਸ ਨੂੰ ਸੁਣ ਕੇ ਆਪਣੇ ਜੀਵਨ ਨੂੰ ਝੰਜੋੜ ਕੇ ਵੇਖੀਏ ਵੀ ਅਸੀਂ ਕੀ ਕਰ ਰਹੇ ਹਾਂ। ਆਹ ਸਮਾਂ ਪਹਿਲਾ ਪਹਿਰ, ਇਹ ਫੁੱਲ ਲੱਗਦਾ ਪਿਆ, ਤੇ ਫੁੱਲ ਤੋਂ ਬਾਅਦ ਹੀ ਫਲ ਲੱਗਦਾ ਹੈ, ਫੁੱਲ ਤੋਂ ਬਾਅਦ ਹੀ ਫਲ ਆਉਂਦਾ ਹੈ। ਇਸ ਕਰਕੇ ਜੇ ਫਲ ਪ੍ਰਾਪਤ ਕਰਨਾ ਚਾਹੁੰਦੇ ਆ ਨਾ, ਫਿਰ ਆਪਣੇ ਜੀਵਨ ਦੇ ਵਿੱਚ ਅੰਮ੍ਰਿਤ ਵੇਲੇ ਦੀ ਸੰਭਾਲ ਕਰੀਏ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸ਼ਬਦ ਕਿਹਾ ਸੀ ਕਿ ਫੇਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਵੀ ਕਿਹੜੀ ਭੇਟਾ ਲੈ ਕੇ ਜਾਈਏ, ਆਪਣੇ ਮਾਲਕ ਦੇ ਦਰਬਾਰ ਦੇ ਦਰਸ਼ਨ ਹੋ ਜਾਣ, ਤੇ ਜਦੋਂ ਉਹਦੇ ਦਰਬਾਰ ਦੇ ਉੱਪਰ ਪਹੁੰਚ ਗਏ, ਮੂੰਹ ਵਿੱਚੋਂ ਕਿਹੜੇ ਸ਼ਬਦ ਬੋਲੇ ਜਾਣ ਕਿ ਉਹ ਘੁੱਟ ਕੇ ਆਪਣੀ ਗਲਵੱਕੜੀ ਵਿੱਚ ਲੈ ਲਵੇ। ਤੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਫਿਰ ਜਵਾਬ ਦਿੱਤਾ ਸੀ, ਕਹਿੰਦੇ ਤੇਰੇ ਕੋਲ ਭੇਟਾ ਹੋਣੀ ਚਾਹੀਦੀ ਹੈ ਅੰਮ੍ਰਿਤ ਵੇਲਾ। ਫੇਰ ਕੇ ਅੱਗੇ ਰੱਖੀਏ, ਕੀ ਭੇਟਾ ਰੱਖਾਂ? ਅੰਮ੍ਰਿਤ ਵੇਲਾ, ਇਹ ਭੇਟਾ ਹੈ ਤੇਰੀ। ਫਿਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਕਹਿੰਦੇ ਭੇਟਾ ਅੰਮ੍ਰਿਤ ਵੇਲਾ। ਫਿਰ ਚੇਤੇ ਰੱਖੀ, ਜੇ ਉਹਦੇ ਪਿਆਰ ਦਾ ਪਾਤਰ ਬਣਨਾ ਚਾਹੁੰਦਾ ਪਿਆਰਿਆ, ਫਿਰ ਸੱਚ ਨਾਉ ਵਡਿਆਈ ਵਿਚਾਰ, ਆਪਣੇ ਮੁਖ ਦੇ ਵਿੱਚੋਂ ਸੱਚੇ ਨਾਮ ਦੀਆਂ ਵਡਿਆਈਆਂ ਦੀ ਵਿਚਾਰ ਕੱਢੀ। ਸਵੇਰੇ ਉੱਠ ਕੇ ਤੇਰੀ ਜ਼ੁਬਾਨ ਦੇ ਵਿੱਚੋਂ ਰੱਬ ਦੇ ਨਾਮ ਦੀ ਆਵਾਜ਼ ਆਵੇ, ਮਾਲਕ ਪਰਮੇਸ਼ਰ ਦੀ ਸਿਫਤ ਸਲਾਹ ਦੇ ਬੋਲ ਤੇਰੇ ਮੁਖ ਵਿੱਚੋਂ ਨਿਕਲਣ। ਸੱਚ ਜਾਣੀ ਫਿਰ ਮੇਰੇ ਮਾਲਕ ਦੇ ਪਿਆਰ ਦਾ ਪਾਤਰ ਤੂੰ ਬਣ ਸਕਦਾ ਹੈ।
ਆ ਵੇਖੋ ਨਾਹਨ ਦੀ ਧਰਤੀ ਦੇ ਉੱਪਰ ਨੇ ਗੁਰੂ ਕਲਗੀਧਰ ਮਹਾਰਾਜ ਤੇ ਗੁਰੂ ਕੇ ਸੂਰਬੀਰ ਜੋਧੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਟਿਕ ਕੇ ਭੋਜਨ ਪ੍ਰਸ਼ਾਦਾ ਛਕਣ ਤੋਂ ਬਾਅਦ ਰਾਤ ਬਤੀਤ ਕੀਤੀ, ਪਰ ਇੱਥੇ ਜਾ ਕੇ ਵੀ ਅੰਮ੍ਰਿਤ ਵੇਲੇ ਨੂੰ ਭੁਲਾਇਆ ਨਹੀਂ, ਵਿਸਾਰਿਆ ਨਹੀਂ, ਬਲਕਿ ਇੱਕ ਵੱਡੀ ਰਾਤ ਨੂੰ ਹੀ ਜਾਗ ਪਏ ਨੇ। ਭਾਵ ਚੌਥੇ ਪਹਿਰ, ਤੀਜਾ ਪਹਿਰ ਖਤਮ ਹੋਇਆ, ਚੌਥਾ ਪਹਿਰ ਸ਼ੁਰੂ ਹੋਇਆ, ਬਸ ਆਪਣੇ ਮਾਲਕ ਦੀ ਯਾਦ ਆ ਗਈ। ਭਿੰਨੀ ਰਹਿਣੜੀਏ ਚਮਕਣ ਤਾਰੇ ਜਾਗੈ, ਸੰਤ ਜਨਾ ਮੇਰੇ ਰਾਮ ਪਿਆਰੇ ਸਦਾ ਜਾਗੈ। ਉਹ ਆਪਣੇ ਮਾਲਕ ਦੇ ਦਰਸ਼ਨ ਦਿਦਾਰੇ ਕਰਨ ਲਈ, ਆਪਣੇ ਮਾਲਕ ਦੀ ਸਿਫਤ ਸਲਾਹ ਕਰਨ ਦੇ ਲਈ ਜਾਗ ਉਠੇ ਨੇ। ਇਸ ਕਰਕੇ ਅੰਮ੍ਰਿਤ ਵੇਲੇ ਦੀ ਸੰਭਾਲ ਇਤਿਹਾਸ ਦੇ ਬਚਨ ਸਾਡੇ ਜੀਵਨ ਨੂੰ ਝੰਜੋੜ ਕੇ ਹਲੂਣਾ ਦੇ ਕੇ ਗੱਲ ਕਹਿ ਰਹੇ ਨੇ। ਇਹਦੇ ਨਾਲ ਤਨ ਵੀ ਅਰੋਗ ਰਹੇਗਾ ਤੇ ਮਨ ਵੀ ਅਰੋਗ ਰਹੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭੁਨਸਾਰ ਵੱਡੀ ਸਭ ਜਾਗ ਰਹੇ, ਸਿਮਰੈ ਸਤਨਾਮ ਆਨੰਦ ਲਹੇ। ਹੇ ਭਾਈ, ਅੰਮ੍ਰਿਤ ਵੇਲੇ ਜਾਗ ਕੇ ਨਾਹਨ ਦੀ ਧਰਤੀ ਦੇ ਉੱਪਰ ਗੁਰੂ ਪਿਆਰੇ ਜਾਗ ਪਏ ਨੇ ਤੇ ਜਾਗ ਕੇ ਆਪਣੇ ਮਾਲਕ ਦਾ ਸਿਮਰਨ ਕਰਕੇ ਆਨੰਦ ਪ੍ਰਾਪਤ ਕਰ ਰਹੇ ਹਨ।